ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਪ੍ਰੇਮੀਓ, ਪਿਛਲੇ ਐਪੀਸੋਡ ਵਿੱਚ ਆਪਾਂ ਸਾਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆਂ ਪੰਡਿਤ ਹਰਦਿਆਲ ਜੀ ਦੀ ਸ਼ਰਧਾ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ ਸੀ। ਅੱਜ ਇਤਿਹਾਸ ਤੇ ਇਸ ਤੋਂ ਅਗਲੇ ਪੰਨੇ ਨੂੰ ਵਿਚਾਰਨ ਦਾ ਉਪਰਾਲਾ ਕਰਦੇ ਹਾਂ। ਜਗਤ ਤਾਰਕ ਸਾਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਚਪਨ ਦੀ ਉਮਰ ਵਿੱਚ ਬੱਚਿਆਂ ਨਾਲ ਜੇ ਖੇਡਣ ਵੀ ਜਾਂਦੇ ਨੇ ਤਾਂ ਵੀ ਉਹਨਾਂ ਸਭਨਾਂ ਨੂੰ ਸੁਰਤ ਜੋੜਨ, ਨਿਰੰਕਾਰ ਦੀ ਯਾਦ ਵਿੱਚ ਜੁੜਨ ਤੇ ਨੇਕੀ ਦਾ ਉਪਦੇਸ਼ ਦਿੰਦੇ ਨੇ। ਜਿਹੜੀ ਬੱਚਿਆਂ ਦੀ ਸਭਾ ਕੋਈ ਰੇਤ ਵਿੱਚ ਖੇਡਦੀ ਸੀ, ਕੋਈ ਮਿੱਟੀ ਵਿੱਚ ਖੇਡਦੀ ਸੀ, ਉਹਨਾਂ ਖੇਡਾਂ ਵਿੱਚੋਂ ਕੱਢ ਕੇ ਜ਼ਿੰਦਗੀ ਦੀ ਕਿਸੇ ਉੱਚੀ ਖੇਡ ਖੇਡਣ ਦੀ ਜਾਚ ਸਿਖਾਉਂਦੇ ਹਨ। ਗਿਆਨ ਦੇ ਬਚਨ ਹਜ਼ੂਰ ਦੇ ਮੁਖਾਰਬਿੰਦ ਤੋਂ ਅੰਮ੍ਰਿਤ ਦੀ ਤਰ੍ਹਾਂ ਬਰਸਦੇ ਨੇ ਤੇ ਇਉਂ ਸਮਾਂ ਬੀਤਦਾ ਜਾ ਰਿਹਾ ਹੈ। ਤਕਰੀਬਨ 7 ਸਾਲ ਦੀ ਆਯੂ ਹੋ ਗਈ। ਮਹਿਤਾ ਕਾਲੂ ਜੀ ਪੜ੍ਹੇ ਲਿਖੇ ਸਨ, ਪਟਵਾਰੀ ਸਨ ਇਲਾਕੇ ਦੇ, ਤੇ ਸਿਆਣਾ ਬਾਪ ਆਪਣੇ ਬੱਚੇ ਨੂੰ ਪੜ੍ਹਾਉਣ ਦਾ ਯਤਨ ਜ਼ਰੂਰ ਕਰਦਾ ਹੈ। ਤੇ ਸਿਆਣੇ ਲੋਕ ਇਉਂ ਵੀ ਕਹਿੰਦੇ ਨੇ ਕਿ ਜੋ ਬਾਪ ਆਪਣੇ ਬੱਚੇ ਦੀ ਐਜੂਕੇਸ਼ਨ ਲਈ ਸਾਧਨ ਪੈਦਾ ਨਾ ਕਰੇ, ਕੋਸ਼ਿਸ਼ ਨਾ ਕਰੇ, ਉਹ ਮੂਰਖ ਬਾਪ ਹੈ। ਸਿਆਣੇ ਬਾਪ ਬੱਚਿਆਂ ਨੂੰ ਆਪਣੇ ਤੋਂ ਵੀ ਸਿਆਣੇ ਬਣਾਉਣ ਲਈ ਕੋਸ਼ਿਸ਼ ਜ਼ਰੂਰ ਕਰਦੇ ਨੇ। ਤੇ ਮਹਿਤਾ ਕਲਿਆਣ ਰਾਏ ਜੀ ਖੁਦ ਪੜ੍ਹੇ ਲਿਖੇ ਨੇ। ਉਹਨਾਂ ਦੇ ਮਨ ਵਿੱਚ ਵੀ ਇਹ ਫੁਰਨਾ ਆਉਂਦਾ ਹੈ ਕਿ ਮੈਂ ਪਟਵਾਰੀ ਹਾਂ, ਮੈਨੂੰ ਗਿਣਤੀਆਂ ਮਿਣਤੀਆਂ ਲੇਖੇ ਜੋਖੇ ਸਾਰੇ ਆ ਰਹੇ ਨੇ, ਆਉਂਦੇ ਨੇ। ਮੈਂ ਰੋਜ਼ ਦੀ ਜ਼ਿੰਦਗੀ ਵਿੱਚ ਇਹਨਾਂ ਦਾ ਇਸਤੇਮਾਲ ਕਰਕੇ ਜਿੱਥੇ ਪਰਿਵਾਰ ਦੀ ਉਪਜੀਵਕਾ ਕਮਾ ਰਿਹਾ ਹਾਂ, ਉੱਥੇ ਸਾਰੇ ਇਲਾਕੇ ਵਿੱਚ ਮੇਰਾ ਸਨਮਾਨ ਵੀ ਹੈ। ਕਿਉਂ ਨਾ ਮੇਰਾ ਬਾਲਕਾ ਵੀ, ਮੇਰਾ ਬੱਚਾ ਵੀ ਮੇਰੀ ਤਰ੍ਹਾਂ ਲੇਖੇ ਜੋਖਿਆਂ ਵਿੱਚ ਮੁਹਾਰਤ ਹਾਸਲ ਕਰੇ ਤੇ ਇਹ ਵੀ ਦੁਨੀਆ ਵਿੱਚ ਮਾਣ ਪਾਵੇ। ਮੇਰੇ ਬੁਢਾਪੇ ਵਿੱਚ ਇਹ ਪਟਵਾਰੀ ਦੀ ਜ਼ਿੰਮੇਵਾਰੀ ਸੰਭਾਲ ਲਵੇਗਾ। ਤੇ ਜ਼ਿੰਦਗੀ ਸੱਚਮੁੱਚ ਹੈ ਵੀ ਇੱਕ ਲੇਖਾ ਜੋਖਾ ਹੀ। ਜੇ ਮਹਿਤਾ ਕਾਲੂ ਜੀ ਪਹਿਲਾਂ ਹੀ ਲੇਖੇ ਜੋਖੇ ਪੜ੍ਹਨ ਲਈ, ਮਿਣਤੀਆਂ ਗਿਣਤੀਆਂ ਸਿੱਖਣ ਲਈ ਪਾਂਧੇ ਗੋਪਾਲ ਜੀ ਦੇ ਪਾਸ ਭੇਜਣ ਵਾਸਤੇ ਸੋਚ ਰਹੇ ਨੇ, ਤਾਂ ਇਸ ਦੇ ਪਿੱਛੇ ਵੀ ਬੜੀ ਵੱਡੀ ਸਿਆਣਪ ਹੈ। ਕਿਉਂਕਿ ਜ਼ਿੰਦਗੀ ਵੀ ਸਾਡੀ ਇੱਕ ਲੇਖਾ ਹੀ ਹੈ। ਜੋ ਕਰਮ ਕਰਦੇ ਹਾਂ ਉਸ ਦਾ ਲੇਖਾ ਹੋਣਾ ਹੈ। ਹਰ ਕਰਮ ਦਾ ਹਿਸਾਬ ਕਿਤਾਬ ਹੈ। ਤੇ ਇਹ ਵੀ ਪਿੱਛੇ ਦੀ ਗੱਲ, ਇਸ ਤੋਂ ਵੀ ਪਹਿਲਾਂ ਜੇ ਦੇਖੀਏ ਤੇ ਜੀਵਨ ਦੀ ਸ਼ੁਰੂਆਤ ਤੋਂ ਲੈ ਕੇ ਜ਼ਿੰਦਗੀ ਦੀ ਸਮਾਪਤੀ ਤੱਕ ਇੱਕ ਲੇਖੇ ਵਿੱਚ ਅਸੀਂ ਵਿਚਰਦੇ ਹਾਂ। ਸਾਡੇ ਸਾਹ, ਸਾਡੀ ਜ਼ਿੰਦਗੀ ਦੇ ਦਿਹਾੜੇ ਸਭ ਲੇਖੇ ਵਿੱਚ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਨਣ ਕਾਲੇ ਸਭ ਦਿਵਸ ਸਾਸ, ਨਹਿ ਵੱਢਣ ਘਟਨ ਤਿਲ ਸਾਰ। ਨਿਰੰਕਾਰ ਨੇ ਸਾਨੂੰ ਸੰਸਾਰ ਤੇ ਭੇਜਿਆ ਹੈ ਸਾਡੇ ਸਾਹ ਗਿਣਤੀ ਦੇ ਰੱਖ ਕੇ, ਸਾਡੇ ਦਿਨ ਦਿਹਾੜੇ ਗਿਣਤੀ ਵਿੱਚ ਮੁਕਰਰ ਕਰਕੇ। ਨਣ ਕਾਲੇ ਗਿਣ ਕੇ, ਸਭ ਦਿਵਸ ਸਾਸ, ਸਾਹ ਵੀ ਤੇ ਦਿਹਾੜੇ ਵੀ। ਨਹਿ ਵੱਢਣ ਘਟਨ ਤਿਲ ਸਾਰ, ਤਿਲ ਜਿੰਨੇ ਵੀ ਨਾ ਵੱਧਦੇ ਨੇ ਨਾ ਘਟਾਏ ਜਾ ਸਕਦੇ ਨੇ। ਇਸ ਲਈ ਭਗਤ ਮੌਤ ਤੋਂ ਨਿਰਭਉ ਰਹਿੰਦਾ ਹੈ ਕਿ ਜਦ ਮੌਕਾ ਆਉਣਾ ਹੈ ਕਿਸੇ ਬਚਾ ਨਹੀਂ ਸਕਣਾ, ਤੇ ਜਿੰਨਾ ਚਿਰ ਉਹ ਮੌਕਾ ਨਹੀਂ ਆਉਣਾ ਕਿਸੇ ਲਿਜਾ ਨਹੀਂ ਸਕਣਾ। ਨਹਿ ਵੱਢਣ ਘਟਨ ਤਿਲ ਸਾਰ। ਤੇ ਜਿਹੜੇ ਲੋਕ ਮੋਹ ਵਿੱਚ ਫਸੇ ਹੋਏ ਹੋਰ ਜੀਣਾ ਸੋਚਦੇ ਨੇ ਕਿ ਹੋਰ ਜੀ ਲਈਏ, ਹੋਰ ਜੀ ਲਈਏ, ਜੀਵਨ ਲੋ ਰਹੇ ਭਰਮ ਮੋਹ
ਭੁਲੇਖੇ ਵਿੱਚ ਪਏ, ਮੋਹ ਵਿੱਚ ਫਸੇ ਹੋਏ। ਜੀਵਨ ਲੋ ਰਹੇ ਭਰਮ ਮੋਹ, ਨਾਨਕ ਤੇਉ ਗਵਾਰ। ਹਜ਼ੂਰ ਤਾਂ ਉਸ ਨੂੰ ਗਵਾਰ ਕਹਿੰਦੇ ਹਨ। ਪਰ ਜ਼ਿੰਦਗੀ ਇੱਕ ਲੇਖੇ ਵਿੱਚ ਸ਼ੁਰੂ ਹੁੰਦੀ ਹੈ, ਲੇਖੇ ਵਿੱਚ ਮੁੱਕ ਜਾਂਦੀ ਹੈ। ਤੇ ਇਸ ਜੀਵਨ ਦੀਆਂ ਕਾਮਯਾਬੀਆਂ ਵੀ ਉਹ ਹਾਸਲ ਕਰਦੇ ਨੇ ਜਿਨ੍ਹਾਂ ਨੂੰ ਹਿਸਾਬ ਕਿਤਾਬ ਰੱਖਣਾ ਆਉਂਦਾ ਹੈ। ਬਾਣੀਆਂ ਸਾਰਾ ਦਿਨ ਦੁਕਾਨ ਤੇ ਕੰਮ ਕਰਦਾ ਹੈ, ਵਪਾਰ ਚਲਾਉਂਦਾ ਹੈ, ਰਾਤ ਨੂੰ ਰੋਟੀ ਬਾਅਦ ਵਿੱਚ ਖਾਂਦਾ, ਪਹਿਲਾਂ ਹਿਸਾਬ ਕਰਕੇ। ਉਹ ਕਾਮਯਾਬ ਹੈ। ਤੇ ਜੋ ਲੇਖਾ ਜੋਖਾ ਨਹੀਂ ਰੱਖਦੇ ਉਹ ਅਕਸਰ ਨੁਕਸਾਨ ਵਿੱਚ ਚਲੇ ਜਾਂਦੇ ਹਨ। ਖੈਰ, ਜ਼ਿੰਦਗੀ ਦੀ ਬੁਨਿਆਦ ਵਿੱਚ ਹੀ ਗਿਣਤੀ ਰੱਖੀ ਹੋਈ ਹੈ। ਮਹਿਤਾ ਜੀ ਨੇ ਸੋਚਿਆ, ਮੇਰਾ ਬੇਟਾ ਗਿਣਤੀਆਂ ਮਿਣਤੀਆਂ ਲੇਖੇ ਜੋਖੇ ਸਿੱਖ ਜਾਏਗਾ, ਮੇਰੀ ਤਰ੍ਹਾਂ ਸਿਆਣਾ ਹੋਵੇਗਾ ਤਾਂ ਪਟਵਾਰ ਦਾ ਕੰਮ ਸੰਭਾਲੇਗਾ। ਬਹੁਤ ਧਿਆਨ ਨਾਲ ਸੋਚਦੇ ਨੇ। ਹੇਰਤ ਸੁਤ ਕਾਲੂ ਹਰਖ ਵਿਸਾਲੂ। ਇੱਕ ਪਾਸੇ ਬੱਚੇ ਦੀ ਆਭਾ ਪ੍ਰਤਿਭਾ, ਚਿਹਰੇ ਦੀਆਂ ਰੌਣਕਾਂ, ਗਿਆਨ ਦੇ ਬਚਨ ਛੋਟੀ ਉਮਰ ਵਿੱਚ ਹੀ ਜੋ ਬੋਲ ਰਹੇ ਨੇ ਉਹ ਸੁਣ ਕੇ ਬੜੇ ਖੁਸ਼ੀ ਵਿੱਚ ਹਨ। ਪਰ ਪੜ੍ਹਨੋਂ ਚਿੱਤ ਮਨ ਜਾਨ। ਮਨ ਵਿੱਚ ਇਹ ਗੱਲ ਕਾਲੂ ਜੀ ਨੇ ਸੋਚੀ ਕਿ ਪੜ੍ਹਾਈ ਤਾਂ ਫਿਰ ਵੀ ਬੜੀ ਜ਼ਰੂਰੀ ਹੈ। ਹਮ ਕਾਜ ਵਿਸ਼ੇਖਾ ਸਿੱਖੇ ਲੇਖਾ। ਮੇਰਾ ਕਾਰੋਬਾਰ, ਮੇਰੀ ਉਪਜੀਵਕਾ ਹੈ ਪਟਵਾਰੀਪੁਣਾ, ਤੇ ਇਹ ਤਾਂ ਬਿਲਕੁਲ ਲੇਖੇ ਜੋਖਿਆਂ ਵਿੱਚ ਹੈ। ਖਾਸ ਵਿਦਿਆ ਸਿੱਖਣੀ ਪਵੇਗੀ। ਬੈਸ ਅਵੈ ਪਹਿਚਾਨ। ਤੇ ਹੁਣ ਉਮਰ ਹੈ ਸਿੱਖਣ ਦੀ, ਮੈਂ ਇਸ ਨੂੰ ਪੜ੍ਹਨੇ ਪਾ ਦੇਵਾਂ। ਇਸ ਤਰ੍ਹਾਂ ਕਾਰਮ ਪਟਵਾਰੀ ਜੇ ਪੜ੍ਹ ਜਾਏਗਾ ਤਾਂ ਪਟਵਾਰੀ ਦੀ ਕਿਰਤ ਕਰੇਗਾ। ਰਾਖੇ ਸਾਰੀ, ਤੇ ਇਹ ਸਾਰੀ ਮੇਰੀ ਜ਼ਿੰਮੇਵਾਰੀ ਨੂੰ ਸੰਭਾਲ ਲਏਗਾ ਲੇਖਾ ਸਿੱਖ ਕੇ। ਤੇ ਇਹ ਸੋਚ ਕੇ ਮਹਿਤਾ ਕਾਲੂ ਜੀ ਬਾਬਾ ਨਾਨਕ ਨੂੰ, ਆਪਣੇ ਸੁਪੁੱਤਰ ਨੂੰ ਪਾਂਧੇ ਗੋਪਾਲ ਦੇ ਪਾਸ ਲੈ ਜਾਣ ਦੀਆਂ ਸਕੀਮਾਂ ਬਣਾਉਂਦੇ ਹਨ। ਤੇ ਕਹਿੰਦੇ ਨੇ, ਪਾਂਧੇ ਮੈਂ ਵੈਸੇ ਤੇ ਹੋ ਮਮ ਜੈਸੇ। ਅਗਰ ਪਾਂਧੇ ਪਾਸ ਜਾ ਕੇ ਵਿਦਿਆ ਪੜ੍ਹੇਗਾ ਤਾਂ ਮੇਰੇ ਜੈਸਾ ਜ਼ਰੂਰ ਹੋ ਜਾਏਗਾ। ਸੰਖਿਆ ਨਿਪੁੰਨ ਸੋਏ। ਸੰਖਿਆ ਗਿਣਤੀ ਮਿਣਤੀ ਵਿੱਚ ਇਹ ਨਿਪੁੰਨ ਹੋ ਗਿਆ, ਫਿਰ ਮੈਨੂੰ ਕੋਈ ਚਿੰਤਾ ਨਹੀਂ। ਤੇ ਨਾਲ ਹੀ ਇੱਕ ਖਿਆਲ ਮਨ ਵਿੱਚ ਆਇਆ ਕਿ ਸਿਆਣੇ ਲੋਕ ਇੰਝ ਆਖਦੇ ਨੇ, ਜਿਹੜਾ ਬਾਪ ਆਪਣੇ ਬੱਚੇ ਨੂੰ ਪੜ੍ਹਾਵੇ ਲਿਖਾਵੇ ਨਾ, ਇਸ ਲਈ ਇੰਤਜ਼ਾਮ ਨਾ ਕਰੇ, ਉਹ ਬਾਪ ਨਹੀਂ ਦੁਸ਼ਮਣ ਹੈ। ਬਹੁ ਗੁਣੀ ਅਲਾਵਤ ਸੁਤ ਨਾ ਪੜਾਵਤ, ਸੋ ਸ਼ਤਰੂ ਸਮਤਾਤ। ਉਹ ਪਿਤਾ ਤਾਂ ਦੁਸ਼ਮਣ ਦੇ ਸਮਾਨ ਹੈ। ਤੇ ਐਸਾ ਬੱਚਾ ਫਿਰ ਅਗਾਂਹ ਵਡਿਆਈ ਕਿੱਥੋਂ ਪ੍ਰਾਪਤ ਕਰੇਗਾ ਜੋ ਪੜ੍ਹਿਆ ਲਿਖਿਆ ਨਹੀਂ। ਜਿਸ ਨੂੰ ਹਿਸਾਬ ਕਿਤਾਬ ਨਹੀਂ ਆਉਂਦਾ ਉਹ ਅੱਜ ਵੀ ਫੇਲ ਹੈ, ਕੱਲ ਵੀ ਫੇਲ ਹੈ। ਇਸ ਲਈ ਮੈਂ ਆਪਣੇ ਬਾਲਕੇ ਨੂੰ ਪਾਂਧੇ ਗੋਪਾਲ ਦੇ ਪਾਸ ਪੜ੍ਹਨ ਪਾਵਾਂ ਤਾਂ ਵਧੀਆ ਰਹੇਗਾ। ਇਹ ਦਰਬ ਖਟਾਊ ਬਣੇਗਾ, ਦੌਲਤ ਕਮਾਉਣ ਵਾਲਾ ਬਣੇਗਾ, ਤੇ ਚੰਗੀ ਵਡਿਆਈ ਸੰਸਾਰ ਵਿੱਚ ਹੋਵੇਗੀ। ਆਪਣੀ ਦੌਲਤ ਕਮਾਉਣੀ ਹੈ, ਸੰਸਾਰ ਦੀ ਸੋਭਾ ਕਮਾਉਣੀ ਹੈ। ਆਮ ਮਨੁੱਖ ਦੀ ਇਹੀ ਤਾਂ ਸੋਚ ਹੁੰਦੀ ਹੈ ਕਿ ਮੇਰੇ ਬੱਚੇ ਮੇਰੇ ਤੋਂ ਵੱਧ ਤਰੱਕੀ ਕਰਨ, ਤੇ ਸੁਭਾਵਿਕ ਹੈ, ਹੋਣੀ ਵੀ ਚਾਹੀਦੀ ਹੈ। ਪਟਵਾਰੀ ਜੀ ਨੇ ਇਉਂ ਵਿਚਾਰਾਂ ਕਰਦਿਆਂ ਹੋਇਆਂ ਪਾਂਧੇ ਗੋਪਾਲ ਪਾਸ ਜਾਣ ਦਾ ਮਨ ਬਣਾਇਆ। ਤੇ ਉਹਨਾਂ ਦਿਨਾਂ ਵਿੱਚ ਵਿਦਿਆ ਪੜ੍ਹਾਉਣ ਦਾ ਤਰੀਕਾ ਅੱਜ ਦੇ ਸਮੇਂ ਨਾਲੋਂ ਵੱਖਰਾ ਸੀ। ਅੱਜ ਅਸੀਂ ਫੀਸ ਦਿੰਦੇ ਹਾਂ। ਜ਼ਰੂਰੀ ਨਹੀਂ ਕਿ ਅੱਜ ਦੇ ਵਿਦਿਆਰਥੀ, ਅੱਜ ਦੇ ਅਧਿਆਪਕ ਦਾ ਉਹ ਸਨਮਾਨ ਕਰਨ ਜੋ ਉਹਨਾਂ ਦਿਨਾਂ ਵਿੱਚ ਕਰਦੇ ਸਨ। ਉਹਨਾਂ ਦਿਨਾਂ ਵਿੱਚ ਅੰਨ ਨਾਲ, ਮਠਿਆਈ ਨਾਲ, ਫਲਾਂ ਨਾਲ ਅਧਿਆਪਕਾਂ ਦੀ ਸੇਵਾ ਕੀਤੀ ਜਾਂਦੀ। ਬਾਪ ਬੜੀ ਖੁਸ਼ੀ ਨਾਲ ਬੱਚੇ ਨੂੰ ਸਕੂਲ ਲੈ ਕੇ ਜਾਂਦਾ, ਬੜੇ ਸ਼ਗਨ ਮਨਾਏ ਜਾਂਦੇ। ਮਹਿਤਾ ਜੀ ਵੀ ਗੋਪਾਲ ਜੀ ਦੇ ਪਾਸ ਬਾਬਾ ਨਾਨਕ ਜੀ ਨੂੰ ਲੈ ਕੇ ਗਏ ਤੇ ਉਸ ਨੂੰ ਤਾਕੀਦਾਂ ਕੀਤੀਆਂ, ਮੇਰੀ ਤਰ੍ਹਾਂ ਹੁਸ਼ਿਆਰ ਕਰ ਦੇਣਾ ਮੇਰੇ ਬੱਚੇ ਨੂੰ ਵੀ,
ਲੇਖੇ ਜੋਖਿਆਂ ਵਿੱਚ। ਪਹਾੜੇ ਚੰਗੀ ਤਰ੍ਹਾਂ ਪੱਕੇ ਕਰਵਾ ਦਿਓ। ਪਾਂਧਾ ਜੀ ਨੇ ਆਖਿਆ, ਫਿਕਰ ਨਾ ਕਰੋ ਪਟਵਾਰੀ ਜੀ, ਮੈਂ ਹਰ ਜ਼ਿੰਮੇਵਾਰੀ ਨਿਭਾਵਾਂਗਾ। ਤੇ ਉਹਨਾਂ ਨੇ ਵਿੱਦਿਆ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਹੁਣ ਲੇਖਾ ਜੋਖਾ ਸਿਖਾਉਣਾ ਸ਼ੁਰੂ ਕੀਤਾ। ਪਹਾੜੇ ਬੜੇ ਜ਼ਰੂਰੀ ਸਨ। ਤੇ ਇੱਕ ਤਾਂ ਪਹਾੜੇ ਸਧਾਰਨ ਨੇ, 2 ਦੂਣੀ 4 ਜਾਂ 4 ਦੂਣੀ 8, ਇਹ ਤਾਂ ਬਾਲਕੇ ਆਸਾਨੀ ਨਾਲ ਸਿੱਖ ਜਾਂਦੇ ਨੇ। ਪਰ ਪਾਂਧਾ ਬੜਾ ਸਿਆਣਾ ਸੀ, ਉਸਨੇ ਸਵਾਇਆ, ਡੇਢਾ, ਢਾਇਆ, ਇਹ ਥੋੜੇ ਕਠਿਨ ਨੇ, ਇਹ ਵੀ ਸਿਖਾਏ। ਤੇ ਬਾਬਾ ਨਾਨਕ ਦੀ ਤੀਖਣ ਬੁੱਧੀ ਦਿਨਾਂ ਵਿੱਚ ਇਹਨਾਂ ਪਹਾੜਿਆਂ ਨੂੰ ਆਸਾਨੀ ਨਾਲ ਸਿੱਖ ਗਈ। ਮਾਤਾ ਪਿਤਾ ਬੜੇ ਪ੍ਰਸੰਨ ਨੇ। ਪਾਂਧਾ ਵੀ ਪ੍ਰਸੰਨ ਹੈ ਕਿ ਹੁਣ ਇਹ ਮੇਰਾ ਵਿਦਿਆਰਥੀ ਲੇਖੇ ਜੋਖੇ ਵਿੱਚ ਮਹਾਰਤਾਂ ਹਾਸਲ ਕਰ ਰਿਹਾ ਹੈ। ਪਰ ਇੱਕ ਦਿਨ ਇੱਕ ਘਟਨਾ ਵਰਤ ਗਈ। ਬਾਬਾ ਗੁਰੂ ਨਾਨਕ ਸਾਹਿਬ ਜੀ ਪਾਠਸ਼ਾਲਾ ਵਿੱਚ ਪੜ੍ਹਨ ਵਾਸਤੇ ਗਏ। ਅੱਜ ਪਾਂਧੇ ਨੇ ਤੱਕਿਆ ਕਿ ਨਾਨਕ ਦਾ ਮਨ ਮੇਰੇ ਪੜ੍ਹਾਉਣ ਵਾਲੇ ਨੁਕਤਿਆਂ ਵੱਲ ਥੋੜਾ ਘੱਟ ਜਾਪਦਾ ਹੈ, ਪਰ ਚਿਹਰੇ ਉੱਪਰ ਕੋਈ ਉਦਾਸੀ ਤਾਂ ਹੈ ਨਹੀਂ ਕਿ ਕੋਈ ਪਰੇਸ਼ਾਨੀ ਹੋਵੇ। ਰੌਣਕ ਜ਼ਰੂਰ ਕੋਈ ਅਜੀਬ ਹੈ। ਸਿਆਣਾ ਪਾਂਧਾ ਸੀ, ਉਸਨੇ ਪਾਸ ਬੁਲਾ ਕੇ ਪੁੱਛਿਆ, ਨਾਨਕ ਕੀ ਗੱਲ ਹੈ? ਜੋ ਮੈਂ ਅੱਜ ਪੜ੍ਹਾ ਰਿਹਾ ਹਾਂ ਇੱਧਰ ਤੁਸੀਂ ਧਿਆਨ ਨਹੀਂ ਦੇ ਰਹੇ, ਤੇ ਮੈਂ ਤੁਹਾਡੇ ਚਿਹਰੇ ਤੋਂ ਪੜ੍ਹ ਸਕਦਾ ਹਾਂ ਤੁਹਾਡਾ ਧਿਆਨ ਕਿਸੇ ਹੋਰ ਸੋਚ ਵਿੱਚ ਹੈ। ਤੁਸੀਂ ਇੱਥੇ ਮੌਜੂਦ ਨਹੀਂ ਜਾਪਦੇ ਮੇਰੀ ਪੜ੍ਹਾਈ ਵਿੱਚ। ਬਾਬੇ ਆਖਿਆ, ਪਾਂਧਾ ਜੀ ਤੁਹਾਡੇ ਬਚਨ 16 ਨੇ ਸੱਚ ਨੇ, ਕੋਈ ਸ਼ੰਕਾ ਨਹੀਂ। ਤੁਸੀਂ ਲੇਖਾ ਸਿਖਾ ਰਹੇ ਹੋ ਤੇ ਮੈਂ ਲੇਖੇ ਤੋਂ ਮੁਕਤ ਹੋਣ ਦੀ ਵਿਚਾਰ ਵਿੱਚ ਪਿਆ ਹੋਇਆ। ਪਾਂਧੇ ਪੁੱਛਿਆ, ਇਹ ਤੁਸੀਂ ਕੀ ਕਹਿ ਰਹੇ ਹੋ? ਲੇਖਿਓ ਮੁਕਤ ਹੋਇਆ ਤਾਂ ਜ਼ਿੰਦਗੀ ਚੱਲਣੀ ਨਹੀਂ, ਜ਼ਿੰਦਗੀ ਵਿੱਚ ਤਾਂ ਲੇਖਾ ਰੱਖਣਾ ਹੀ ਪੈਣਾ ਹੈ। ਬਾਬੇ ਆਖਿਆ, ਨਹੀਂ ਪਾਂਧਾ ਜੀ, ਸਵਾਲ ਇਸ ਜ਼ਿੰਦਗੀ ਦਾ ਹੀ ਕੇਵਲ ਨਹੀਂ, ਸਵਾਲ ਇਹ ਵੀ ਹੈ ਕਿ ਲੇਖਾ ਦਰਗਾਹ ਵਿੱਚ ਵੀ ਹੁੰਦਾ ਹੈ। ਮੈਂ ਸੋਚ ਰਿਹਾ ਹਾਂ ਉਹ ਕਿਹੜੇ ਪਹਾੜੇ ਨੇ ਜਿਹੜੇ ਪੜ੍ਹੇ ਜਾਣ, ਉਹ ਕਿਹੜੀਆਂ ਲਿਖਤਾਂ ਨੇ ਜਿਹੜੀਆਂ ਲਿਖੀਆਂ ਜਾਣ, ਕਿਹੜੀਆਂ ਪੜ੍ਹਾਈਆਂ ਕੀਤੀਆਂ ਜਾਣ ਕਿ ਆਦਮੀ ਦਰਗਾਹ ਦੇ ਲੇਖੇ ਤੋਂ ਮੁਕਤ ਹੋ ਸਕੇ। ਸਵਾਲ ਪਾਂਧੇ ਦਾ ਸੀ ਕਿ ਲੇਖੇ ਤੋਂ ਮੁਕਤ ਹੋਣ ਦਾ ਕੀ ਮਤਲਬ ਹੋਇਆ। ਬਾਬੇ ਨੇ ਸਮਝਾ ਦਿੱਤਾ। ਪਾਂਧਾ ਵਿਦਵਾਨ ਸੀ, ਗੱਲ ਉਸਦੇ ਖਾਨੇ ਵਿੱਚ ਵੀ ਪਈ। ਉਹ ਜਾਣਦਾ ਸੀ ਕਿ ਇਸ ਸੰਸਾਰ ਵਿੱਚ ਜ਼ਿੰਦਗੀ ਬਿਨਾਂ ਪੜ੍ਹਾਈ ਤੋਂ ਨਿਕੰਮੀ ਹੈ, ਇਹ ਸੱਚ ਹੈ। ਪਰ ਇਹ ਬਾਲਕਾ ਤਾਂ ਦਿਨਾਂ ਵਿੱਚ ਇੰਨਾ ਕੁਝ ਸਿੱਖਦਾ ਜਾ ਰਿਹਾ ਹੈ ਜਿਤਨਾ ਸਾਲਾਂ ਵਿੱਚ ਆਮ ਵਿਦਿਆਰਥੀ ਨਹੀਂ ਸਿੱਖਦੇ। ਸੋ ਮੈਂ ਇਸ ਨੂੰ ਇਹ ਤਾਂ ਆਖ ਨਹੀਂ ਸਕਦਾ ਕਿ ਤੈਨੂੰ ਦੁਨੀਆ ਦੀ ਪੜ੍ਹਾਈ ਨਹੀਂ ਆਉਂਦੀ। ਪਰ ਜਿਹੜੀ ਗੱਲ ਹੁਣ ਕਹਿ ਰਿਹਾ ਹੈ ਇਹ ਤਾਂ ਬਹੁਤ ਅੱਗੇ ਦੀ ਹੈ। ਇਹ ਸੱਚ ਹੈ, ਜ਼ਿੰਦਗੀ ਵਿੱਚ ਜਿਸ ਬੰਦੇ ਨੂੰ ਹਿਸਾਬ ਕਿਤਾਬ ਨਹੀਂ ਆਉਂਦਾ, ਪੜ੍ਹਾਈ ਲਿਖਾਈ ਤੋਂ ਕੋਰਾ ਹੈ, ਲੋਕ ਉਸ ਨੂੰ ਗੰਵਾਰ ਹੀ ਆਖਦੇ ਨੇ। ਤੇ ਬਹੁਤ ਵਾਰੀ ਉਹ ਜ਼ਿੰਦਗੀ ਵਿੱਚ ਫਜ਼ੀਹਤ ਕਰਵਾ ਬੈਠਦਾ ਹੈ। ਮੈਨੂੰ ਯਾਦ ਹੈ ਮੇਰੇ ਬਚਪਨ ਦੀ ਇੱਕ ਘਟਨਾ। ਸਾਡੇ ਪਿੰਡ ਵਿੱਚ 2 ਆਦਮੀ ਇੱਕ ਬਲਦ ਦਾ ਸੌਦਾ ਕਰ ਰਹੇ ਸਨ, ਦੋਨੋਂ ਹੀ ਅਨਪੜ੍ਹ। ਜੋ ਘਰੋਂ ਖਰੀਦਣ ਲਈ ਗਿਆ ਉਸ ਨੂੰ ਘਰ ਦੇ ਸਾਰੇ ਜੀਆਂ ਤਾਕੀਦ ਕੀਤੀ ਕਿ ਬਲਦ ਅਸਾਂ ਸਾਰਿਆਂ ਨੇ ਦੇਖਿਆ ਹੋਇਆ ਹੈ ਤੇ 150 ਰੁਪਏ ਤੋਂ ਵੱਧ ਇਸ ਦਾ ਆਨਾ ਨਹੀਂ ਦੇਣਾ, ਵੱਧ ਤੋਂ ਵੱਧ 150 ਰੁਪਏ, ਤੇ 150 ਦਾ ਮਿਲ ਜਾਏ ਤਾਂ ਚੰਗਾ ਹੈ। ਜਿਹੜਾ ਵੇਚਣ ਤੁਰਿਆ ਹੈ ਉਸ ਨੂੰ ਘਰਦਿਆਂ ਨੇ ਬੜੀ ਤਾਕੀਦ ਕੀਤੀ ਹੈ ਕਿ 7-20 ਤੋਂ ਘੱਟ ਨਹੀਂ ਲੈਣਾ। ਪੁਰਾਣੇ ਸਮਿਆਂ ਵਿੱਚ 100 ਦੀ ਗਿਣਤੀ ਵੀ ਕਿਸੇ ਕਿਸੇ ਨੂੰ ਹੀ ਆਉਂਦੀ ਸੀ। ਪਹਿਲਾਂ ਤਾਂ 3 ਤੇ ਹੀ ਮੁੱਕ ਜਾਂਦੀ ਸੀ। 1-2 ਧੜੀਆਂ ਪਾਉਣ ਤੋਂ ਬਾਅਦ ਤੀਜੀ ਵਾਰੀ ਆਖ ਦਿੰਦੇ ਸਨ, ਬਹੁਤੇ ਹੋ ਗਏ। ਤੇ ਫਿਰ ਇਸ ਤੋਂ ਥੋੜੇ ਅਗਾਂਹ ਕੋਈ ਵਧੇ ਤਾਂ ਉਹਨਾਂ ਨੇ 20 ਗਿਣਨੀਆਂ ਸਿੱਖ ਲਈਆਂ, 20 ਤੱਕ ਗਿਣਤੀ। ਹੁਣ 1 20 ਹੋ ਗਈਆਂ, ਆ ਦੂਜੀ 20 ਹੋ ਗਈ, ਤੀਜੀ 20 ਹੋ ਗਈ, ਮਤਲਬ 60 ਹੋ ਗਏ। ਉਸ ਨੂੰ ਸਿਖਾ ਕੇ ਘੱਲਿਆ ਸੀ, ਤੂੰ ਬਲਦ ਵੇਚਣਾ ਹੈ ਤੇ 7-20 ਤੋਂ ਘੱਟ ਆਨਾ ਨਹੀਂ ਲੈਣਾ, ਮਤਲਬ 140 ਦਾ ਵੇਚ ਦੇਣਾ ਹੈ। ਹੁਣ ਦੋਨੋਂ ਖੜੇ ਨੇ ਪਹੇ ਵਿੱਚ, ਪਿੰਡ ਦੇ ਦੁਆਰੇ ਜਿਹੜਾ ਰਸਤਾ ਹੈ,
ਤੇ ਆਪਸ ਵਿੱਚ ਗੱਲਬਾਤ ਕਰ ਰਹੇ ਨੇ। ਜਿਹੜਾ ਖਰੀਦਣ ਵਾਲਾ ਹੈ ਬੰਸੀ, ਉਹ ਆਖਦਾ, ਦੇਖ ਬਈ ਕਰਮਿਆਂ, ਗੱਲ ਇਹ ਹੈ, ਬਲਦ ਮੈਂ ਖਰੀਦ ਸਕਦਾ ਹਾਂ, ਤੂੰ ਵੇਚਣਾ ਹੈ, ਮੈਨੂੰ ਲੋੜ ਹੈ, ਪਰ ਮੈਂ 150 ਤੋਂ ਇੱਕ ਆਨਾ ਉੱਤੇ ਨਹੀਂ ਦੇਣਾ। ਤੇ ਕਰਮਾ ਵੀ ਕੱਚਾ ਹੀ ਸੀ, ਅਨਪੜ੍ਹ ਸੀ। ਉਸਨੇ ਆਖਿਆ, ਦੇਖ ਬੰਸਿਆ, ਗੱਲ 100 ਦੀ ਇੱਕ, 100 ਗਜ ਰੱਸਾ ਤੇ ਸਿਰੇ ਤੇ ਗੰਢ, ਬਾਰ-ਬਾਰ ਮੈਨੂੰ ਆਖੀ ਨਾ, ਤੇ 7-20 ਤੋਂ ਘੱਟ ਮੈਂ ਵੀ ਆਨਾ ਨਹੀਂ ਲੈਣਾ। ਉਹ ਕਹੇ ਮੈਂ 150 ਤੋਂ ਵੱਧ ਦੇਣਾ ਨਹੀਂ, ਵੇਚਣ ਵਾਲਾ ਆਖੇ 7-20 ਤੋਂ ਘੱਟ ਲੈਣਾ ਨਹੀਂ। ਤੇ ਇੱਕ ਸਿਆਣਾ ਬੰਦਾ ਆ ਗਿਆ, ਉਸਨੇ ਆਖਿਆ, ਚਲੋ ਤੁਹਾਡਾ ਸੌਦਾ ਮੈਂ ਕਰਾ ਦਿੰਦਾ ਹਾਂ। ਲਿਆ ਬੰਸੀ, ਜਿਹੜਾ 150 ਰੁਪਈਆ ਲਿਆਇਆ ਹੈ, ਉਸਨੇ ਉਸਦੇ ਹੱਥ ਫੜਾ ਦਿੱਤਾ। ਉਸਨੇ ਗਿਣ ਕੇ 20-20 ਕਰਕੇ 7 ਵਾਰੀ 7-20 ਕਰਮੇ ਦੇ ਹੱਥ ਫੜਾ ਦਿੱਤੇ, 10 ਵਾਪਸ ਕਰ ਦਿੱਤੇ ਤੇ ਬਲਦ ਵਿਕ ਗਿਆ। ਮਤਲਬ ਪੜ੍ਹਾਈ ਤੋਂ ਬਿਨਾਂ ਆਦਮੀ ਨੂੰ ਕੁਝ ਪਤਾ ਹੀ ਨਹੀਂ, ਗੰਵਾਰ ਹੈ। ਪਾਂਧਾ ਆਖਦਾ ਹੈ, ਇਹ ਵਿਦਿਆ ਸੰਸਾਰ ਵਿੱਚ ਕੰਮ ਆਉਂਦੀ ਹੈ। ਤੇ ਬਾਬਾ ਜੀ ਕਹਿੰਦੇ ਨੇ, ਹਾਂ ਪਾਂਧਾ ਜੀ, ਜ਼ਰੂਰ ਕੰਮ ਆਉਂਦੀ ਹੈ। ਇਹ ਲੇਖਿਆਂ ਵਿੱਚ ਮਹਾਰਤਾਂ ਸੰਸਾਰ ਵਿੱਚ ਬੜੀਆਂ ਕੰਮ ਦੀਆਂ ਨੇ, ਪਰ ਨਿਰੰਕਾਰ ਦੇ ਦਰ ਤੇ ਵੀ ਇੱਕ ਲੇਖਾ ਹੁੰਦਾ ਹੈ। ਉੱਥੇ ਉਹੀ ਪਾਸ ਹੁੰਦੇ ਨੇ ਜਿਹੜੇ ਇਹਨਾਂ ਗਿਣਤੀਆਂ ਤੋਂ ਸੁਰਤ ਨੂੰ ਕਾਫੀ ਉੱਚਾ ਉਠਾ ਲੈਂਦੇ ਨੇ। ਉਹ ਕੀ ਤਰੀਕਾ ਹੈ? ਉਹ ਲੇਖੇ ਲਿਖੇਗਾ ਕਿਵੇਂ ਨਾਨਕ? ਕਿਸੇ ਹਿਸਾਬ ਨਾਲ ਪੇਪਰਾਂ ਤੇ ਤੂੰ ਕੋਈ ਨਾ ਕੋਈ ਤਾਂ ਹਿਸਾਬ ਰੱਖੇਗਾ ਹੀ, ਤੇ ਉਸ ਦੀ ਜੁਗਤ ਕੀ ਹੈ ਤੂੰ ਸਮਝਾ ਸਕਦਾ ਹੈ? ਸਵਾਲ ਪਾਂਧੇ ਦਾ ਬੜਾ ਕੀਮਤੀ ਸੀ, ਕਿਉਂਕਿ ਜੋ ਪੜ੍ਹਾਈ ਉਹ ਕਰਵਾ ਰਿਹਾ ਸੀ ਉਹ ਤਾਂ ਬਿਲਕੁਲ ਪੇਪਰਾਂ ਤੇ ਲਿਖਾ ਰਿਹਾ। ਸਿਆਹੀ ਬਣਾਉਣ ਦੀ ਪਹਿਲਾਂ ਵਿਦਿਆਰਥੀ ਨੂੰ ਜੁਗਤ ਸਿਖਾਉਂਦੇ ਸਨ, ਕਾਨੇ ਸਾੜਨੇ ਹਨ, ਉਹ ਮੋਟੇ ਹੋਣਗੇ, ਉਹਨਾਂ ਨੂੰ ਪੀਸਣਾ ਹੈ, ਫਿਰ ਸਿਆਹੀ ਬਣਾਉਣੀ ਹੈ, ਫਿਰ ਜੇ ਉਸ ਨੂੰ ਹੋਰ ਪੱਕੀ ਕਰਨਾ ਉਸ ਵਿੱਚ ਥੋੜ੍ਹੀ ਗੂੰਦ ਕਿੱਕਰ ਦੀ ਪਾ ਦੇਣੀ ਹੈ, ਤੇ ਉਹ ਸਿਆਹੀ ਵਿੱਚ ਚਮਕ ਵੀ ਵਧੇਗੀ ਤੇ ਪਕਿਆਈ ਵੀ ਵਧੇਗੀ। ਤੇ ਤੂੰ ਜਿਸ ਲੇਖੇ ਦੀ ਗੱਲ ਕਰਦਾ ਹੈ, ਦਰਗਾਹ ਦਾ ਲੇਖਾ, ਸੁਣਿਆ ਤਾਂ ਮੈਂ ਵੀ ਹੈ ਪਰ ਦੇਖਿਆ ਤਾਂ ਨਹੀਂ ਨਾ। ਇਸ ਜ਼ਿੰਦਗੀ ਵਿੱਚ ਵਿਚਰਦਿਆਂ ਉਹ ਲੇਖਾ ਕਿਵੇਂ ਲਿਖਿਆ ਜਾ ਸਕਦਾ ਹੈ? ਮੈਨੂੰ ਉਹ ਸਮਝਾ। ਅਕਸਰ ਤੇਰੇ ਅੰਦਰ ਕੋਈ ਖਿਆਲ ਉੱਠਿਆ ਤਾਂ ਕੋਈ ਬਾਤ ਤਾਂ ਹੋਵੇਗੀ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਇੱਕ ਸ਼ਬਦ ਸ੍ਰੀ ਰਾਗ ਦਾ ਉਚਾਰਿਆ। ਉਸ ਦੇ 4 ਪਦ ਹਨ ਤੇ 4 ਪਦਾਂ ਵਿੱਚ ਸਤਿਗੁਰੂ ਜੀ ਨੇ ਸਾਰੀ ਜੁਗਤ ਸਮਝਾ ਦਿੱਤੀ ਹੈ। ਉਸ ਦੇ ਰਹਾਉ ਦੀਆਂ ਪੰਕਤੀਆਂ ਨੇ, ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨੀਸਾਨ। हे ਭਾਈ, ਇਹ ਲੇਖਾ ਲਿਖਣਾ ਸਿੱਖ ਲਓ। ਜਿੱਥੇ ਦਰਗਾਹ ਵਿੱਚ ਲੇਖਾ ਮੰਗਿਆ ਜਾਣਾ ਹੈ, ਜੇ ਉਸ ਲੇਖਿਓਂ ਮੁਕਤ ਹੋਣਾ ਹੈ, ਜੇ ਉਸ ਲੇਖਿਓਂ ਮੁਕਤ ਹੋਣਾ ਹੈ, ਛੁਟਕਾਰਾ ਪਾਉਣਾ ਹੈ, ਤਾਂ ਫਿਰ ਸਿਆਣਪ ਨਾਲ ਇਹ ਲੇਖਾ ਲਿਖਣਾ ਸਿੱਖ ਲਓ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨੀਸਾਨ। ਉਹ ਸੱਚੀ ਰਾਹਦਾਰੀ ਉੱਥੋਂ ਦੀ ਇਹੀ ਹੈ। ਤੇ ਉਸ ਦੀ ਫਿਰ ਵਿਆਖਿਆ ਕੀਤੀ ਬਾਬਾ ਜੀ ਨੇ 4 ਹਿੱਸਿਆਂ ਵਿੱਚ। ਪਹਿਲਾਂ ਸਿਆਹੀ ਤੇ ਕਾਗਜ਼ ਦੀ ਜ਼ਰੂਰਤ ਸੀ ਲਿਖਣ ਵਾਸਤੇ, ਪਾਂਧੇ ਇੱਥੋਂ ਹੀ ਸ਼ੁਰੂ ਕਰਾਉਂਦੇ ਸਨ ਗੱਲ। ਤਾਂ ਬਾਬਾ ਜੀ ਨੇ ਆਖਿਆ, ਜਾਲ ਮੋਹ ਕਸ ਮਸ ਕਰ। ਇੱਥੇ ਕਾਨੇ ਸਾੜਨ ਦੀ ਲੋੜ ਨਹੀਂ, ਲੜਿਆਂ ਦੀਆਂ ਕਲਮਾਂ ਬਣਾਉਣ ਦੀ ਲੋੜ ਨਹੀਂ। ਇਹ ਲਿਖਣ ਦੀ ਜੁਗਤ ਹੀ ਹੋਰ ਹੈ। ਜੋ ਸੰਸਾਰ ਵਿੱਚ ਮੋਹ ਅਸੀਂ ਬਣਾ ਰੱਖਿਆ ਹੈ ਨਾ, ਮੋਹ ਬੜਾ ਖਤਰਨਾਕ ਹੈ। ਇਹ ਦੀਵਾਰਾਂ ਖਿੱਚ ਦਿੰਦਾ ਹੈ, ਇਹ ਪਰਿਵਾਰ ਮੇਰਾ ਹੈ, ਤੇ ਜਦ ਮੈਂ ਲਕੀਰ ਖਿੱਚ ਦਿੱਤੀ ਇਹ ਬੱਚੇ ਮੇਰੇ ਨੇ, ਤੇ ਸੁਭਾਵਿਕ ਹੈ ਦੂਜੇ ਬੱਚੇ ਬਗਾਨੇ ਨੇ, ਪਰਾਏ ਨੇ। ਜਿੱਥੇ ਪਰਾਇਆਪਣ ਆ ਜਾਏ ਉੱਥੇ ਮੇਰਾ ਵਤੀਰਾ ਹੋਰ ਹੈ। ਜਿੱਧਰ ਲੀਕ ਖਿੱਚੀ ਹੈ ਉਰਲੇ ਪਾਸੇ ਵਾਲੇ ਮੇਰੇ ਆਪਣੇ ਨੇ, ਉਹਨਾਂ ਨਾਲ ਹੋਰ ਹੈ। ਇਉਂ ਹੀ ਅਸੀਂ ਮਜ਼ਹਬਾਂ ਦੀਆਂ ਵੰਡੀਆਂ ਪਾਈਆਂ ਨੇ, ਮਾਫ ਕਰਨਾ, ਇਉਂ ਹੀ ਅਸੀਂ ਕੌਮਾਂ ਦੀਆਂ ਵੰਡੀਆਂ ਪਾਈਆਂ ਹਨ, ਇਉਂ ਹੀ ਅਸੀਂ ਦੇਸ਼ ਵੰਡੇ ਨੇ। ਇਹ ਸਾਡੀਆਂ ਵੰਡਾਂ ਵਿੱਚ ਮੋਹ ਫਸਿਆ ਹੋਇਆ ਹੈ, ਤੇ ਮੋਹ, ਹਰ ਮੋਹ ਇੱਕ ਦੀਵਾਰ ਦਾ ਕੰਮ ਕਰਦਾ ਹੈ ਦੁਨੀਆ ਨੂੰ ਵੰਡਣ ਵਾਸਤੇ। ਫਿਰ ਸਾਰੇ ਸੰਸਾਰ ਅੰਦਰ ਨਿਰੰਕਾਰ ਨੂੰ ਕਿਵੇਂ ਦੇਖਾਂਗੇ?
ਜੋ ਜੋਤ ਮੇਰੇ ਵਿੱਚ ਹੈ ਉਹੀ ਤੁਹਾਡੇ ਵਿੱਚ ਹੈ। ਇਸ ਨੂੰ ਜੇ ਅਨੁਭਵ ਕਰਨਾ ਹੈ ਤਾਂ ਮੋਹ ਦੀਆਂ ਦੀਵਾਰਾਂ ਤੋੜਨੀਆਂ ਪੈਣਗੀਆਂ। ਬਾਬਾ ਜੀ ਨੇ ਆਖਿਆ ਤੂੰ ਸਿਆਹੀ ਬਣਾਉਣੀ ਹੈ ਨਾ ਪਾਂਦਾ ਤਾਂ ਸੁਣ, ਪਹਿਲਾਂ ਮੋਹ ਨੂੰ ਸਾੜ ਦੇ। ਕਾਨੇ ਸਾੜਨ ਦੀ ਲੋੜ ਨਹੀਂ, ਜਾਲ ਮੋਹ ਘਸ ਮਸ ਕਰ, ਫਿਰ ਉਹਨਾਂ ਦੀ ਕਰ ਰਗੜਾਈ ਕਸਾਈ, ਪੀਸ ਸੁੱਟ। ਪੀਸ ਕੇ ਪਿਸ਼ਟੀ ਬਣਦੀ ਹੈ। ਵੈਦਗੀ ਵਿੱਚ, ਹਿਕਮਤ ਵਿੱਚ ਅਸੀਂ ਬਹੁਤ ਸਾਰੀਆਂ ਦਵਾਈਆਂ ਦੇ ਨਾਲ ਨਾਮ ਪਿਸ਼ਟੀ ਲਿਖਦੇ ਹਾਂ। ਮੈਨੂੰ ਵੀ ਇਸ ਗੱਲ ਦਾ ਤਾਂ ਪਤਾ ਲੱਗਾ ਜਦ ਮੈਂ ਵੈਦਗੀ ਦੀ ਪੜ੍ਹਾਈ ਕੀਤੀ। ਤੇ ਪਿਸ਼ਟੀ ਆਖਣੇ ਉਹਦਾ ਮਤਲਬ ਵੀ ਇਹ ਹੁੰਦਾ ਹੈ ਕਿ ਬਿਲਕੁਲ ਰਗੜਾਈ ਕਰਕੇ ਪੀਸ ਕੇ ਬਣਾਈ ਗਈ ਚੀਜ਼ ਪਿਸ਼ਟੀ। ਮੁਕਤਾ ਪਿਸ਼ਟੀ, ਪ੍ਰਵਾਲ ਪਿਸ਼ਟੀ ਤੇ ਉਹ ਅਨੇਕ ਪਿਸ਼ਟੀਆਂ ਨੇ। ਇਹ ਹੈ ਘਸਾਉਣਾ, ਬਰੀਕ ਕਰ ਦੇਣਾ। ਮੋਹ ਨੂੰ ਸਾੜ ਦੇ ਪਹਿਲਾਂ, ਇਹ ਦੀਵਾਰਾਂ ਗਿਰਾ ਦੇ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਸਾਰੇ ਮੇਰੇ ਮਿੱਤਰ ਨੇ, ਮੈਂ ਸਾਰਿਆਂ ਦਾ ਮਿੱਤਰ ਹਾਂ। ਐਸੀ ਭਾਵਨਾ ਬਣਾ ਲੈ। ਜਾਲ ਮੋਹ ਘਸ ਮਸ ਕਰ, ਚੰਗੀ ਤਰ੍ਹਾਂ ਕਸਾਈ ਕਰਕੇ, ਪਿਸਾਈ ਕਰਕੇ ਇਹ ਬਣਾ ਸਿਆਹੀ। ਇਸ ਨਾਲ ਲਿਖ ਹੋਣੀ ਹੈ ਅਸਲੀ ਲੇਖੇ ਦੀ ਗੱਲ। ਮਤ ਕਾਗਜ਼ ਕਰ ਸਾਰ, ਤੇ ਕਾਗਜ਼ ਜਿਹੜਾ ਹੈ ਉਹ ਤੇਰੀ ਮਤ ਦਾ ਬਣੇ। ਸਿਆਹੀ ਤਾਂ ਅਸੀਂ ਵਰਤ ਲਈ ਇੱਕ ਵਾਰੀ, ਪਰ ਜਿਸ ਕਾਗਜ਼ ਤੇ ਲਿਖਿਆ ਗਿਆ ਉਹ ਸਦਾ ਲਈ ਉਕਰਿਆ ਗਿਆ, ਉਹ ਕਾਗਜ਼ ਦੇ ਨਾਲ ਹੀ ਜਾਏਗਾ। ਕਾਗਜ਼ ਗਲ ਜਾਏ, ਪਾਟ ਜਾਏ ਤਾਂ ਇਹ ਲਿਖਤ ਵੀ ਮਿਟ ਜਾਵੇ, ਪਰ ਜਿੰਨਾ ਚਿਰ ਕਾਗਜ਼ ਸਲਾਮਤ ਹੈ ਇਹ ਸਿਆਹੀ ਸਲਾਮਤ ਹੈ। ਇਹ ਲਿਖ ਮਤ ਦੇ ਉੱਪਰ, ਮਤ ਦਾ ਕਾਗਜ਼ ਬਣਾ। ਮੋਹ ਨੂੰ ਸਾੜ ਕੇ, ਪੀਸ ਕੇ, ਕਸਾਈ ਕਰਕੇ ਇਸ ਦੀ ਬਣਾ ਲੈ ਤੂੰ ਸਿਆਹੀ। ਜਦੋਂ ਮੋਹ ਨੂੰ ਕਸਾ ਦਿੱਤਾ ਜਾਏ ਤਾਂ ਪ੍ਰੇਮ ਬਚਦਾ ਹੈ। ਪ੍ਰੇਮ ਦੇ ਲੇਖ ਲਿਖ ਤੇ ਚਿੱਤ ਦੇ ਉੱਪਰ ਲਿਖ। ਗੱਲੀ ਬਾਤੀ ਗੱਲ ਨਹੀਂ ਬਣਨੀ ਕਿ ਗੱਲਾਂ ਤਾਂ ਪਿਆਰ ਦੀਆਂ ਕਰੇ ਤੇ ਅੰਦਰ ਤੇਰੇ ਈਰਖਾ ਹੋਵੇ। ਉਸ ਦਾ ਕੋਈ ਵੀ ਲਾਭ ਨਹੀਂ। ਸਤਿਗੁਰੂ ਜੀ ਦੇ ਬਚਨ ਹਨ ਗੁਰਬਾਣੀ ਵਿੱਚ ਕਿ ਉਗਦਾ ਬੀਜ ਉਹ ਹੈ ਜਿਹੜਾ ਜ਼ਮੀਨ ਦੇ ਵਿੱਚ ਬੀਜਿਆ ਜਾਂਦਾ ਹੈ। ਬਾਹਰ ਦਿਖਾਉਂਦੇ ਫਿਰ ਉਹ ਤਲੀ ਤੇ ਰੱਖ ਕੇ ਮੈਂ ਇਹ ਬੀਜ ਬੀਜੇ ਨੇ, ਬੀਜੇ ਕੋਈ ਹੋਰ ਹੋਣ, ਉਗਣੇ ਉਹੀ ਨੇ ਜਿਹੜੇ ਬੀਜੇ ਨੇ। ਅਸੀਂ ਗੱਲਾਂ ਨਾਲ ਕੁਝ ਹੋਰ ਕਰਦੇ ਹਾਂ, ਚਿੱਤ ਦੇ ਅੰਦਰ ਕੁਝ ਹੋਰ ਹੈ, ਮਤ ਤੇ ਕੁਝ ਹੋਰ ਹੈ। ਸਾਹਿਬਾਂ ਦੇ ਬਚਨ ਹਨ, ਜੋ ਜੀ ਹੋਏ ਸੋ ਉਗਵੇ, ਮੋਹ ਕਾ ਕਹਿਆ ਵਾਓ। ਜ਼ੁਬਾਨ ਦੀਆਂ ਕਈਆਂ ਗੱਲਾਂ ਹਵਾ ਨੇ, ਕੋਈ ਅਰਥ ਨਹੀਂ। ਚਿੱਤ ਤੇ ਜੋ ਬੀਜਿਆ ਹੈ ਉਹੀ ਉਗਣਾ ਹੈ। ਇਸ ਲਈ ਇਸ ਕਾਗਜ਼ ਉੱਪਰ ਕੀ ਲਿਖਣਾ ਧਿਆਨ ਨਾਲ ਲਿਖੀ। ਮਤ ਕਾਗਜ਼ ਕਰ ਸਾਰ। ਮਤ ਦਾ ਕਾਗਜ਼ ਬਣਾ, ਇਹ ਸ੍ਰੇਸ਼ਟ ਕਾਗਜ਼ ਹੈ, ਸਾਰੀ ਜ਼ਿੰਦਗੀ ਨਾਲ ਰਹਿਣ ਵਾਲਾ। ਭਾਉ ਕਲਮ ਕਰ। ਜਿਹੜੀ ਲਿਖਣ ਵਾਲੀ ਕਲਮ ਹੈ ਉਹ ਭਾਉ ਦੀ, ਪ੍ਰੇਮ ਦੀ ਬਣਾ। ਪ੍ਰੇਮ ਦੀ ਕਲਮ ਵਿੱਚੋਂ ਜਿਹੜਾ ਵੀ ਹਰਫ ਲਿਖਿਆ ਜਾਵੇਗਾ ਉਹ ਪ੍ਰੇਮ ਨਾਲ ਭਰਿਆ ਹੋਇਆ ਹੋਵੇਗਾ। ਉਸ ਵਿੱਚ ਖੁਸ਼ਖਤ ਹੋਵੇਗੀ। ਉਹ ਖੁਸ਼ਖਤ ਹਰ ਇੱਕ ਦੇ ਮਨ ਨੂੰ ਮੋਹ ਲਏਗੀ। ਤੁਸੀਂ ਦੇਖੋ, ਤੁਹਾਡੇ ਅੰਦਰ ਪ੍ਰੇਮ ਹੋਵੇ, ਤੁਹਾਡੀ ਰਸਨਾ ਦੇ ਬੋਲ ਮਿੱਠੇ ਹੋ ਜਾਂਦੇ ਨੇ, ਤੁਹਾਡਾ ਹਰ ਕਰਮ ਭਲੇ ਵਾਲਾ ਹੋ ਜਾਂਦਾ ਹੈ, ਜਿਹੜਾ ਦੁਸ਼ਮਣਾਂ ਨੂੰ ਵੀ ਮਿੱਤਰ ਬਣਾ ਲੈਂਦਾ ਹੈ। ਤੇ ਜੇ ਅੰਦਰ ਪ੍ਰੇਮ ਦੇ ਥਾਂ ਈਰਖਾ ਹੋਵੇ ਤੇ ਨੇੜਲੇ ਬੰਦਿਆਂ ਨੂੰ ਵੀ ਦੂਰ ਕਰ ਬੈਠਦਾ ਹੈ, ਦੂਰ ਹੀ ਨਹੀਂ ਦੁਸ਼ਮਣ ਬਣਾ ਪੈਂਦਾ ਹੈ। ਪ੍ਰੇਮ ਬੜੀ ਵੱਡੀ ਕੀਮੀਆ ਹੈ ਜਿਸ ਨੂੰ ਵਰਤਣੀ ਆਉਂਦੀ ਹੋਵੇ। ਇਸ ਜੈਸਾ ਕੁਛ ਤਾਂ ਕੋਈ ਨਹੀਂ। ਆਪਣੇ ਆਪ ਨੂੰ ਬਲਵਾਨ ਕਰ ਲੈਂਦਾ ਹੈ ਬੰਦਾ ਜਿਸ ਦੇ ਅੰਦਰ ਪ੍ਰੇਮ ਹੈ, ਤੇ ਪ੍ਰੇਮ ਦੀ ਤਾਕਤ ਅੱਗੇ ਬੰਦੇ ਤਾਂ ਕੀ, ਰੱਬ ਵੀ ਝੁਕ ਜਾਂਦਾ ਹੈ। ਗੁਰਬਾਣੀ ਦੇ ਬਚਨ ਤੁਸੀਂ ਜ਼ਰੂਰ ਸੁਣੇ ਹੋਣਗੇ ਕਿ ਜਦੋਂ ਭਗਤ ਰਵਿਦਾਸ ਜੀ ਨਿਰੰਕਾਰ ਨੂੰ ਵੀ ਇੱਕ ਪ੍ਰਕਾਰ ਦਾ ਚੈਲੰਜ ਹੀ ਕਰ ਦਿੰਦੇ ਨੇ। ਉਹ ਕਹਿੰਦੇ ਨੇ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਧੇ। ਤੂੰ ਸਾਨੂੰ ਬੰਨਿਆ ਮੋਹ ਦੀ ਫਾਈ ਵਿੱਚ, ਅਸੀਂ ਤੈਨੂੰ ਬੰਨਿਆ ਪ੍ਰੇਮ ਦੇ ਬੰਧਨ ਵਿੱਚ। ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਤੇ ਹੇ ਪ੍ਰਭੂ, ਹੁਣ ਆਪਣੇ ਛੁਟਕਾਰੇ ਲਈ ਜੇ ਯਤਨ ਹੁੰਦਾ ਹੈ ਤੇ ਕਰ ਲੈ।
ਅਸੀਂ ਤਾਂ ਤੇਰੀ ਆਰਾਧਨਾ ਕਰਕੇ ਤੇਰਾ ਮੋਹ ਦਾ ਬੰਧਨ ਤੋੜ ਦਿੱਤਾ ਹੈ। ਕਿੰਨੀ ਕਮਾਲ ਦੀ ਬਾਤ ਹੈ। ਫਿਰ ਰੱਬ ਵੀ ਕਹਿ ਉੱਠਦਾ, ਮੇਰੀ ਬਾਂਦੀ ਭਗਤ ਛਡਾਵੇ, ਬੰਧ ਭਗਤ ਨਾ ਛੂਟੇ ਮੋਹੇ। एक समय मोह को गह बांधे, तोफन मोह पे जवाब ना होए। प्रेम दे बंधन विच तां रब भी बच जांदा है। लेख लिख पर प्रेम दी कलम नाल, भाओ कलम कर चित लेखारी, ते ਉਹ ਅੰਦਰੋਂ ਲਿਖੇ ਜਾਣ। ਇਹ ਨਹੀਂ ਕਿ ਜ਼ੁਬਾਨ ਤੋਂ ਬੋਲ ਮਿੱਠੇ ਤੇ ਅੰਦਰ ਜ਼ਹਿਰ, ਉਸ ਦਾ ਕੋਈ ਅਰਥ ਨਹੀਂ। ਚਿੱਤ ਹੋਵੇ ਲਿਖਣ ਵਾਲਾ, ਮਤ ਤੇ ਲਿਖਣੇ ਨੇ, प्रेम दी कलम नाल लिखने ने, मोह साड़ के स्याही बना लेना है। प्रेम नाल भर जा, गुर पुछ लिख भी चार, जे सेध लेनी है तो गुरु तो मिलेगी। गुरु नूं पुछ ले ते वो जो गुरु विचार देंदा है वो लिख। लिख नाम सलाह लिख, ये गुरु मत देंदा है। लिख नाम, प्रभु दा नाम अंदर लिख ले, चेते कर ले। ते हर उस दा नाम एक उस दा गुण वडियाई प्रगट करने वाला है। उस वडियाई नूं देख। ये है असली रूप विच लिखना। ਜ਼ਬਾਨੋਂ ਦੁਹਰਾਉਣ ਦੀ ਹੀ ਗੱਲ ਨਹੀਂ, ਅੰਦਰ ਕਮਾਉਣ ਦੀ ਬਾਤ ਹੈ। ਇਸ ਲਈ ਲਿਖ ਨਾਮ ਸਲਾਹ ਲਿਖ, ਇਹ ਮਤ ਨਾਲ ਜੋੜ ਲੈ, ਇਸ ਮਤ ਦੇ ਕਾਗਜ਼ ਤੇ ਲਿਖ ਲੈ। ਸਲਾਹ ਲਿਖ, ਉਸ ਦੀਆਂ ਵਡਿਆਈਆਂ ਲਿਖ। ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਤੇ ਤੈਨੂੰ ਯਾਦ ਰਹੇ, ਲਿਖਦਿਆਂ ਲਿਖਦਿਆਂ ਵੀ ਲਿਖਾਰੀ ਬਣ ਕੇ ਹੰਕਾਰ ਵਿੱਚ ਨਾ ਕਿਤੇ ਆ ਜਾਈ, ਮੈਂ ਬਹੁਤ ਜਪਣ ਵਾਲਾ ਹਾਂ, ਮੈਂ ਬੜੇ ਚੰਗੇ ਕਰਮ ਲਿਖ ਰਿਹਾ ਹਾਂ। ਨਹੀਂ ਨਹੀਂ, ਇਹ ਇੱਕ ਹੰਕਾਰ ਸਾਰਿਆਂ ਨੂੰ ਜ਼ਹਿਰੀਲੇ ਬਣਾ ਦੇਵੇਗਾ। ਇਸ ਲਈ ਇਹ ਚੇਤਾ ਰੱਖ ਵੀ ਉਸ ਦਾ ਅੰਤ ਆਉਣ ਵਾਲਾ ਨਹੀਂ। ਜੋ ਮੈਂ ਲਿਖਿਆ ਬਹੁਤ ਥੋੜਾ ਹੈ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਉੱਥੇ ਸੱਚ ਦੀ ਰਾਹਦਾਰੀ ਚੱਲਦੀ ਹੈ, ਜਿੱਥੇ ਲੇਖਾ ਮੰਗਿਆ ਜਾਣਾ ਹੈ। ਇਹ ਲੇਖਾ ਲਿਖਣਾ ਸਿੱਖ ਲੈ। ਜਿੱਥੇ ਮਿਲੇ ਵਡਿਆਈਆਂ, ਸਦ ਖੁਸ਼ੀਆਂ, ਸਦ ਚਾਓ। ਇਹ ਦੁਨੀਆ ਵਿੱਚ ਵੀ ਵਡਿਆਈਆਂ ਮਿਲਦੀਆਂ ਨੇ, ਪਰ 4 ਦਿਨ। ਜਿਹੜੇ ਅੱਜ ਵਡਿਆਈ ਕਰਦੇ ਨੇ, ਕੱਲ ਨੂੰ ਉਹੀ ਨਿੰਦਿਆ ਕਰਦੇ ਮਿਲ ਜਾਂਦੇ ਨੇ। ਅੱਜ ਫੁੱਲਾਂ ਦੇ ਹਾਰ ਪਾਉਂਦੇ ਨੇ ਤੇ ਪੋਲੀਟੀਸ਼ੀਅਨਸ ਨੂੰ ਦੇਖੋ ਕਿਧਰੇ ਜੁੱਤੀਆਂ ਦੇ ਹਾਰ ਉਹੀ ਬੰਦੇ ਪਾਉਣ ਤੁਰ ਪੈਂਦੇ ਨੇ। ਸੋ ਦੁਨੀਆ ਦੀਆਂ ਵਡਿਆਈਆਂ ਨੂੰ ਤਾਂ ਸਤਿਗੁਰੂ ਕਹਿੰਦੇ ਨੇ ਅੱਗੀ ਸੇਤੀ ਜਾਲ, ਜਾਂ ਕਹਿੰਦੇ ਨੇ ਕਵਨੇ ਆਵੇ ਕਾਮ, ਕਿਸੇ ਕੰਮ ਨਹੀਂ। ਜਿਹੜੀ ਵਡਿਆਈ ਸਦਾ ਰਹਿਣ ਵਾਲੀ ਉਸ ਦੇ ਦਰ ਤੇ ਮਿਲ ਸਕੇ, ਉਸ ਵਡਿਆਈ ਦਾ ਖਿਆਲ ਕਰ। ਤੇ ਜਿੱਥੇ ਉਹ ਮਿਲਦੀਆਂ ਨੇ, ਜਿੱਥੇ ਮਿਲੇ ਵਡਿਆਈਆਂ, ਸਦ ਖੁਸ਼ੀਆਂ ਸਦ ਚਾਓ। ਜਿਹੜੀ ਖੁਸ਼ੀ ਜਿੱਥੇ ਮਿਲ ਜਾਂਦੀ ਹੈ ਜਾਂਦੀ ਨਹੀਂ, ਸਦਾ ਚਾਅ ਬਣਿਆ ਰਹਿੰਦਾ ਹੈ। 3 ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਮ। ਉਹਨਾਂ ਨੂੰ ਟਿੱਕੇ ਲੱਗਦੇ ਨੇ, ਉੱਥੇ ਸ਼ਾਬਾਸ਼ ਮਿਲਦੀ ਹੈ, ਮਾਣ ਦਿੱਤਾ ਜਾਂਦਾ ਹੈ, ਜਿਨ੍ਹਾਂ ਦੇ ਮਨ ਵਿੱਚ ਸੱਚਾ ਨਾਮ ਹੈ। ਤੇ ਇਸ ਨਾਮ ਨੂੰ ਪੱਲੇ ਬੰਨ, ਕਰਮ ਮਿਲੇ ਤਾਂ ਪਾਈਏ, ਨਾ ਹੀ ਗੱਲੀ ਵਾਓ ਤਵਾਓ। ਜੇ ਜਪਣ ਲੱਗ ਪਏ ਨਾਲ ਨਾਲ ਨੀਵਾਂ ਹੁੰਦਾ ਜਾਈ, ਕਿ ਉਸ ਦੀ ਬਖਸ਼ਿਸ਼ ਹੈ। ਆਪ ਜਪਾਏ ਜਪੈ ਸੋ ਨਾਮ, ਆਪ ਗਵਾਏ ਸੋ ਹਰ ਗੁਣ ਗਾਓ। ਉਹ ਜਪਾਉਂਦਾ ਹੈ ਤਾਂ ਜਪ ਰਿਹਾ ਹਾਂ। ਇਸ ਕਰਕੇ ਕਰਮ ਮਿਲੇ ਤਾਂ ਪਾਈਏ, ਬਖਸ਼ਿਸ਼ ਨਾਲ ਇਹ ਦਾਤ ਹਾਸਲ ਹੁੰਦੀ ਹੈ। ਨਾ ਹੀ ਗੱਲੀ ਵਾਓ ਦਵਾਓ। ਨਹੀਂ ਤੇ ਗੱਲਾਂ ਨਾਲ ਤਾਂ ਫਾਲਤੂ ਗੱਲਾਂ ਕਰਨ ਵਾਲਿਆਂ ਦੀ ਕੋਈ ਕਮੀ ਹੀ ਨਹੀਂ। ਇੱਕ ਆਵਹਿ ਇੱਕ ਜਾਹੇ ਉਠੇ, ਦੁਨੀਆ ਦੀ ਰੀਤੀ ਹੈ ਬਾਂਦਾ ਜੀ। ਇੱਕ ਆਵਹਿ, ਕੋਈ ਆ ਰਹੇ ਨੇ, ਇੱਕ ਜਾ ਰਹੇ ਨੇ। ਇੱਕ ਆਵਹਿ ਇੱਕ ਜਾਹੇ ਉਠ, रखी है नाव सलार। नाम तो बड़े बड़े चौधरी मुखिए सरदार रख दिता जाता है, पर खेल करते दी है को पाए मंगते, एक ना वड्डे दरबार। उन्हें मंगते भी पैदा कर दिते ने ते वड्डे वड्डे दरबारां वाले भी पैदा कर दिते ने। उस दी मौज है। वजीद आखदा है, एक ना नू घ्यो खंड ना मैदा भावई, ਬਹੁਤੀ ਬਹੁਤੀ ਮਾਇਆ ਚੱਲਦੀ ਆਵਈ। ਇੱਕ ਨਾ ਹੀ ਸਾਗ ਅਲੂਣਾ ਪੇਟ ਭਰ, ਵਜੀਦਾ ਕੌਣ ਸਾਹਿਬ ਨੂੰ ਆਖੇ, ਐਉਂ ਨਹੀਂ ਅੰਨ ਕਰ ਕੁਦਰਤ ਉਸਦੀ ਹੈ। ਇੱਕ ਨਾ ਵੱਡੇ ਦਰਬਾਰ, ਕੁਝ ਮੰਗਤੇ ਨੇ, ਕੁਝ ਵੱਡੇ ਵੱਡੇ ਦਰਬਾਰਾਂ ਦੇ ਮਾਲਕ ਨੇ। ਅੱਗੇ ਗਿਆ ਜਾਣੀਏ ਵਿਣ ਨਾਵੇ ਬੇਕਾਰ, ਪਰ ਅਸਲੀਅਤ ਅਗਾਂਹ ਦਰਗਾਹ ਵਿੱਚ ਪਛਾਣੀ ਜਾਣੀ ਹੈ ਕਿ ਅਸਲੀ ਸਰਦਾਰ ਮੁਖੀਆ ਕੌਣ ਹੈ। ਨਾਮ ਤੋਂ ਬਿਨਾਂ ਸਭ ਬੇਕਾਰ ਨੇ ਇਹ ਚੌਧਰਾਂ।
ਪੈ ਤੇਰਾ, ਇਹ ਚਰਚਾ ਕਰਦਿਆਂ ਕਰਦਿਆਂ ਹਜ਼ੂਰ ਨਿਰੰਕਾਰ ਨਾਲ ਜੁੜ ਗਏ, ਪਾਂਧੇ ਨੂੰ ਵੀ ਜੋੜ ਦਿੱਤਾ। ਮੈਂ ਸੋਚਦਾ ਹਾਂ ਪਾਠਸ਼ਾਲਾ ਦੇ ਬਾਕੀ ਵਿਦਿਆਰਥੀ ਵੀ ਜੁੜ ਗਏ ਹੋਣਗੇ। ਤਾਂ ਬਾਬੇ ਆਖਿਆ, ਪੈ ਤੇਰਾ ਡਰ ਅਗਲਾ, ਖਪ ਖਪ ਛਿਜੈ ਦੇ। ਹੇ ਪ੍ਰਭੂ, ਜਿਹੜੇ ਤੈਥੋਂ ਡਰ ਮੰਨ ਕੇ, ਡਰ ਮੰਨਣ ਦੇ ਵੀ ਦੋ ਤਰੀਕੇ ਨੇ। ਇੱਕ ਡਰ ਦੁਸ਼ਮਣ ਦਾ ਹੁੰਦਾ ਹੈ ਤੇ ਬੰਦਾ ਚਾਹੁੰਦਾ ਇਹਦੇ ਤੋਂ ਦੂਰ ਹੀ ਰਹੀਏ। ਇੱਕ ਡਰ ਜਿਹਦੇ ਨਾਲ ਭਾਵ ਪ੍ਰੇਮ ਹੋਵੇ, ਉਸ ਦਾ ਵੀ ਭਾਵ ਰੱਖੀਦਾ ਕਿ ਨਾਰਾਜ਼ ਨਾ ਹੋ ਜਾਏ, ਇਸ ਦੀਆਂ ਖੁਸ਼ੀਆਂ ਮਿਲਦੀਆਂ ਰਹਿਣ। ਸਿਆਣੇ ਲੋਕ ਬਣੇ ਹੋਏ ਭਾਵ ਨੂੰ ਜਲਦੀ ਨਾਲ ਵਿਗੜਨ ਨਹੀਂ ਦਿੰਦੇ, ਨੀਵੇਂ ਹੋ ਕੇ ਵੀ ਸੰਭਾਲਦੇ ਨੇ, ਭਾਵ ਵਿੱਚ ਰਹਿੰਦੇ ਨੇ, ਪਿਆਰੇ ਦੇ ਭਾਵ ਵਿੱਚ। ਪਰ ਹੇ ਪ੍ਰਭੂ, ਜਿਹੜੇ ਤੈਥੋਂ ਦੂਰ ਹੋ ਗਏ, ਉਹ ਡਰ ਅਪਣਾ ਲਿਆ ਕਿ ਤੇਰੇ ਤੋਂ ਦੂਰ ਰਹਿਣਾ ਹੈ। ਫਿਰ ਉਹਨਾਂ ਨੂੰ ਬੜੇ ਡਰ ਲੱਗੇ, ਦੁਨੀਆ ਦੇ ਅਨੇਕਾਂ ਡਰਾਂ ਦਾ ਉਹ ਸ਼ਿਕਾਰ ਹੋ ਗਏ। ਖਪ ਖਪ ਛਿਜੈ ਦੇ, ਖੱਜਲ ਹੁੰਦੇ ਨੇ, ਦੇ ਆਖਰ ਜਰਾ ਜੀਰਨ ਹੋ ਜਾਂਦੀ ਹੈ ਤੇ ਜ਼ਿੰਦਗੀ ਤਾਂ ਆਖਰ ਮੁੱਕਣੀ ਹੀ ਹੈ। ਖਪ ਖਪ ਛਿਜੈ ਦੇ, ਨਾਮ ਜਿਨ੍ਹਾਂ ਸੁਲਤਾਨ ਖਾਨ ਹੁੰਦੇ ਡਿੱਠੇ ਕੇ, ਵੱਡੇ ਵੱਡੇ ਸੁਲਤਾਨ ਬਾਦਸ਼ਾਹ ਖਵਾਉਣ ਵਾਲੇ ਵੀ ਆਖਰ ਰਾਖ ਹੋ ਗਏ। ਨਾਨਕ ਉੱਠੀ ਚੱਲਿਆ, ਸਭ ਕੂੜੇ ਟੁੱਟੇ ਨੇ, ਸਭ ਕੂੜੇ ਨੇ, ਮੋਹ ਪਿਆਰ ਟੁੱਟ ਜਾਂਦੇ ਨੇ, ਆਖਰ ਤੁਰ ਜਾਣਾ ਹੈ। ਇਸ ਲਈ ਇਸ ਦੁਨੀਆ ਦੇ ਲੇਖੇ ਤੋਂ ਸੁਰਤ ਨੂੰ ਉਤਾਂ ਆਪਾਂ ਵੀ ਚੁੱਕੀਏ ਤੇ ਉਹ ਲੇਖਾ ਲਿਖਣਾ ਜਾਣੀਏ ਜਿਹੜਾ ਦਰਗਾਹ ਦੇ ਲੇਖੇ ਤੋਂ ਮੁਕਤ ਕਰ ਦਿੰਦਾ ਹੈ। ਇਹੀ ਸਾਡੀ ਵਿਚਾਰ ਦਾ ਅਰਥ ਹੈ, ਜੇ ਆਪਾਂ ਅਪਣਾ ਸਕੀਏ। ਅੱਜ ਦੀ ਵਿਚਾਰ ਮੈਂ ਇੱਥੇ ਹੀ ਸਮਾਪਤ ਕਰਦਾ ਹਾਂ ਤੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਸ ਚੈਨਲ ਨੂੰ, ਯੂਨੀਵਰਸਲ ਸਿੱਖ ਬ੍ਰਦਰਹੁੱਡ ਚੈਨਲ, USB ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਇਹ ਬ੍ਰਦਰਹੁੱਡ ਦਾ ਕਾਫਲਾ ਵੱਡਾ ਹੋ ਸਕੇ। ਸ਼ੇਅਰ ਹਰ ਇੱਕ ਨਾਲ ਕਰੋ, ਜਿੰਨੇ ਵੀ ਸੰਪਰਕ ਤੁਹਾਡੇ ਕੋਲ ਨੰਬਰ ਹਨ। ਇਹ ਗੁਰਬਾਣੀ ਦਾ, ਗੁਰਮਤਿ ਦਾ ਪ੍ਰਚਾਰ ਕਰਨ ਦਾ ਤਰੀਕਾ ਹੈ ਅੱਜ ਦੇ ਜ਼ਮਾਨੇ ਵਿੱਚ। ਇਕੱਠੇ ਨਹੀਂ ਵੀ ਹੋ ਸਕਦੇ ਤਾਂ ਅਸੀਂ ਸ਼ੇਅਰ ਕਰਕੇ ਸਾਰੇ ਸੰਸਾਰ ਤੱਕ ਆਪਣੀ ਆਵਾਜ਼ ਪਹੁੰਚਾ ਸਕਦੇ ਹਾਂ। ਗੁਰੂ ਕੀਆਂ ਸਾਖੀਆਂ ਚੰਗੀਆਂ ਲੱਗਦੀਆਂ ਨੇ, ਸੁਰਤ ਜੁੜਦੀ ਹੈ ਤਾਂ ਲਾਈਕ ਦਾ ਬਟਨ ਵੀ ਦਬਾ ਦੇਣਾ। ਕਮੈਂਟਸ ਕੋਈ ਵੀ ਆਪ ਦਿਓਗੇ, ਸਵਾਗਤ ਕੀਤਾ ਜਾਵੇਗਾ। ਸੋ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਲਾਈਕ ਕਰਨਾ ਜਾਂ ਕਮੈਂਟਸ ਵੀ ਦੇਣੇ, ਸਭਨਾਂ ਦਾ ਸਵਾਗਤ ਹੈ ਤੇ ਆਸ ਹੈ ਆਪ ਜੀ ਜ਼ਰੂਰ ਇਸ ਪਾਸੇ ਧਿਆਨ ਦਿਓਗੇ। ਅੰਤ ਵਿੱਚ ਦਾਸ ਗਿਆਨੀ ਸਰਵਣ ਸਿੰਘ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।